ਪ੍ਰਵਾਸੀ ਟੀਵੀ ਤੇ ਪ੍ਰਵਾਸੀ ਪ੍ਰੋਪਰਟੀਜ਼ ਪ੍ਰੋਗਰਾਮ ਤੁਹਾਡੇ ਲਈ ਅਸੀਂ ਪੇਸ਼ ਕਰਦੇ ਹੁੰਦੇ ਹਾਂ ਔਰ ਹਰ ਹਫਤੇ ਇੱਕ ਵਾਰੀ ਕਮ ਸੇ ਕਮ ਮੈਂ ਤੁਹਾਡੇ ਲਈ ਪੇਸ਼ ਕਰਦਾ ਇਹ ਪ੍ਰੋਗਰਾਮ ਨੂੰ ਔਰ ਮੇਰੇ ਨਾਲ ਹੁੰਦੇ ਆ ਹਮੇਸ਼ਾ ਹੀ ਪ੍ਰਵੀਨ ਅਰੋੜਾ ਔਰ ਸ਼ਮਸ਼ੇਰ ਢਿੱਲੋਂ ਹੋਰੀ। ਇਹ ਟੀਮ ਹੈ ਬੜੀ ਵੱਡੀ ਜਿਸ ਨੂੰ ਬੜੇ ਲੰਬੇ ਸਮੇਂ ਤੋਂ ਪ੍ਰਵੀਨ ਹੋਰੀ ਲੀਡ ਕਰਦੇ ਆ ਰਹੇ ਹੈ ਔਰ ਸ਼ਮਸ਼ੇਰ ਢਿੱਲੋਂ ਹੋਰੀ ਇਹਨਾਂ ਦੇ ਨਾਲ ਬੜੇ ਸੀਨੀਅਰ ਮੈਂਬਰ ਇਸ ਟੀਮ ਦੇ ਵਿੱਚ। ਕਾਫੀ ਸਾਰੇ ਲੋਕ ਇਹਨਾਂ ਦੇ ਨਾਲ ਵੱਖੋ ਵੱਖਰੇ ਜਿਹੜੇ ਰੀਅਲ estate ਦੇ ਸੈਗਮੈਂਟਸ ਨੇ ਏਰੀਆਜ਼ ਨੇ ਉਹਨਾਂ ਨਾਲ ਡੀਲ ਕਰਦੇ ਆ। ਤਾਂ ਰੀਅਲ estate ਦੇ ਅਸੀਂ ਹਮੇਸ਼ਾ ਹਰ ਹਫਤੇ ਜਦੋਂ ਗੱਲ ਕਰਦੇ ਆ ਤੇ ਤੁਹਾਨੂੰ ਬਾਰ-ਬਾਰ ਕਹਿੰਦੇ ਆ ਕਿ ਘਰ ਸਿਰਫ ਜਿਹੜੇ ਆ ਪੁਰਾਣੇ ਤੁਸੀਂ ਲੈ ਕੇ ਨਵੇਂ ਲੈ ਕੇ ਵੇਚਦੇ ਹੋ ਖਰੀਦਦੇ ਹੋ, ਇਹੀ ਰੀਅਲ estate ਨਹੀਂ ਹੈ। ਰੀਅਲ estate ਦਾ ਜਿਹੜਾ ਕਨਸੈਪਟ ਹੈ ਉਹ ਬੜਾ ਵੱਡਾ ਦਾਇਰਾ ਹੈ, ਬੜਾ ਵੱਡਾ ਵਿਸ਼ਾਲ ਦਾਇਰਾ ਹੈ। ਉਹ 'ਚ ਹੁਣ ਡਿਪੈਂਡ ਕਰਦਾ ਹੈ ਕਿ ਕਿਸ ਬੰਦੇ ਨੂੰ ਕਿਸ ਚੀਜ਼ ਦੇ ਵਿੱਚ ਇੰਟਰਸਟ ਹੈ, ਕਿਸ ਨੂੰ ਕਿਹਦੇ ਵਿੱਚ ਲਗਾਵ ਹੈ। ਤੋ ਇਹ ਕੋਸ਼ਿਸ਼ ਸਾਡੀ ਹੋਏਗੀ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿ ਅਸੀਂ ਤੁਹਾਨੂੰ ਹਰ ਇੱਕ ਚੀਜ਼ ਬਾਰੇ ਡਿਟੇਲ 'ਚ ਤਾਂ ਗੱਲ ਕਰਨੀ ਬੜੀ ਸੰਭਵ ਨਹੀਂ ਹੁੰਦੀ ਇੱਕ ਪ੍ਰੋਗਰਾਮ ਦੇ ਵਿੱਚ, ਪਰ ਛੂ ਸਕੀਏ ਕੁਝ ਪਹਿਲੂਆਂ ਨੂੰ। ਜਿਸ ਤਰ੍ਹਾਂ ਅਸੀਂ ਲੈਂਡ ਦੀ ਗੱਲ ਕੀਤੀ ਪਿਛਲੇ 2-3 ਪ੍ਰੋਗਰਾਮਾਂ ਦੇ ਵਿੱਚ ਵੀ ਲੈਂਡ ਕਿੱਥੇ ਲਵੋ ਔਰ ਕੀ ਸੋਚ ਕੇ ਲਵੋ ਔਰ ਲੈਂਡ ਲੈਣ ਲੱਗੇ ਕਿਹੜੀਆਂ ਗੱਲਾਂ ਦਾ ਖਿਆਲ ਰੱਖੋ। ਅੱਜ ਅਸੀਂ ਗੱਲ ਕਰਾਂਗੇ ਕਿ ਜੇ ਤੁਸੀਂ ਇਨਵੈਸਟ ਕਰਨਾ ਹੈ ਨਵੇਂ ਸ਼ਹਿਰਾਂ ਦੇ ਵਿੱਚ ਜਿਹੜੇ ਡਿਵੈਲਪ ਹੋ ਰਹੇ ਸਿਟੀਜ਼ ਨੇ, ਜਿਹੜੇ ਸਬਅਰਬਸ ਡਿਵੈਲਪ ਹੋ ਰਹੇ ਆ, ਬਹੁਤ ਲੋਕ ਪੈਸਾ ਲਗਾ ਰਹੇ ਉਹਦੇ ਵਿੱਚ, ਬਹੁਤ ਪੈਸਾ ਲਗਾ ਰਹੇ ਆ, ਪਰ ਜੇ ਤੁਹਾਨੂੰ ਜਾਣਕਾਰੀ ਨਹੀਂ ਹੋਵੇ ਉਹਦੇ ਬਾਰੇ ਪੂਰੀ ਤਰ੍ਹਾਂ ਨਾਲ ਤੇ ਤੁਸੀਂ ਆਪਣੀ ਗਲਤ ਇਨਵੈਸਟਮੈਂਟ ਕਰ ਬੈਠੋਗੇ। ਉਮੀਦ ਕਰੋਗੇ ਤੁਸੀਂ ਜੀ ਬਾਕੀਆਂ ਨੇ ਤੇ ਪੈਸੇ ਬਣਾਏ ਦੇਖੋ ਜੀ ਸਾਲ 'ਚ 2-2 ਸਾਲ 'ਚ ਤੇ ਅਸੀਂ ਉੱਥੇ ਫਸੇ ਬੈਠੇ ਹਾਂ। ਉਹਦੇ ਪਿੱਛੇ ਜ਼ਰੂਰ ਕੋਈ ਕਾਰਨ ਹੋਣਗੇ, ਵਰਨਾ ਪੈਸੇ ਨਾ ਬਣਨ ਰੀਅਲ estate ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਇਹ ਸੰਭਵ ਹੀ ਨਹੀਂ ਹੈ। ਬਸ਼ਰਤੇ ਹੈ ਕਿ ਤੁਹਾਡੀ ਇਨਵੈਸਟਮੈਂਟ ਸਹੀ ਹੋਵੇ, ਤੁਹਾਡੀ ਜਿਹੜੀ ਪਲੈਨਿੰਗ ਸਹੀ ਹੋਵੇ। ਉਹਦੀ ਗੱਲ ਕਰਦੇ ਆ ਪ੍ਰਵੀਨ ਅਰੋੜਾ ਔਰ ਸ਼ਮਸ਼ੇਰ ਢਿੱਲੋਂ ਨਾਲ। ਪਹਿਲਾਂ ਕਰਦੇ ਇਹਨਾਂ ਦਾ ਸਵਾਗਤ। ਪ੍ਰਵੀਨ ਜੀ ਸਵਾਗਤ ਹੈ ਤੁਹਾਡਾ। ਸੈਣੀ ਸਾਹਿਬ ਪ੍ਰਵਾਸੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੀ ਸ਼ਮਸ਼ੇਰ ਜੀ ਤੁਹਾਡਾ ਸਵਾਗਤ ਕਰਦੇ ਹਾਂ ਜੀ। ਮੇਰੇ ਵੱਲੋਂ ਵੀ ਪ੍ਰਵਾਸੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਸਾਡਾ ਸਭ ਤੋਂ ਪਹਿਲਾ ਜਿਹੜਾ ਸੈਗਮੈਂਟ ਹੁੰਦਾ ਹੈ ਇਸ ਪ੍ਰੋਗਰਾਮ ਦੇ ਵਿੱਚ ਕਿ ਮਾਰਕੀਟ ਦੀ ਅਪਡੇਟ, ਹਫਤੇ ਦੇ ਵਿੱਚ ਕੋਈ ਤਬਦੀਲੀ ਆਈ, ਕੋਈ ਅਪਡੇਟ ਦੇਣਾ ਚਾਹੋ। ਮਾਰਕੀਟ ਦੇ ਵਿੱਚ ਸੈਣੀ ਸਾਹਿਬ ਇਹ ਹੈ ਕਿ ਜਿਹੜਾ ਇਨਵੈਂਟਰੀ ਦਾ ਨੰਬਰ ਆ ਜਿਹਦੀ ਕਿ ਆਪਾਂ ਕਾਫੀ ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ, ਉਹ ਨੰਬਰ ਫਿਰ ਥੱਲੇ ਜਾਣਾ ਸ਼ੁਰੂ ਹੋ ਗਿਆ ਜੀ। ਉਹ ਮਤਲਬ ਲਗਾਤਾਰ ਸੀ। ਹੁਣ ਜਿਵੇਂ ਕੱਲ ਦੀ ਮੈਂ ਗੱਲ ਕਰਾਂ, ਅੱਜ ਮੈਂ ਸਵੇਰੇ ਨਹੀਂ ਚੈੱਕ ਕਰ ਪਾਇਆ ਕਿ ਬਰੈਂਪਟਨ ਦੇ ਵਿੱਚ 300 ਤੋਂ ਥੱਲੇ ਨੇ ਜਿਹੜੇ ਘਰ ਸਿਰਫ ਸੇਲ ਤੇ ਅਵੇਲੇਬਲ ਨੇ, ਜਿਹੜਾ ਕਿ ਨਾਰਮਲ ਨੰਬਰ 1500-1600 ਹੁੰਦਾ ਜੀ। ਅੱਛਾ ਜੀ। ਹਾਂਜੀ। ਸੋ ਇਹ ਨੰਬਰ ਆ, ਇਹ ਹਜੇ ਵੀ ਇੰਪਰੂਵ ਨਹੀਂ ਹੋ ਰਿਹਾ ਔਰ ਜਿੰਨਾ ਚਿਰ ਇਹ ਨੰਬਰ ਇੰਪਰੂਵ ਨਹੀਂ ਹੁੰਦਾ ਉਹਨਾਂ ਚਿਰ ਸਾਰੇ ਲੋਕਾਂ 'ਚ ਇੱਕ ਜਿਵੇਂ ਕਹਿ ਲਓ ਕਿ ਕਿਉਰਿਓਸਿਟੀ ਬਣੀ ਰਹਿਣੀ ਹੈ ਕਿ ਘਰ ਲੈ ਲਿਆ ਜਾਵੇ ਜਲਦੀ। ਮਾਰਕੀਟ 'ਚ ਘਰ ਘੱਟ ਨੇ ਔਰ ਉਹਦੇ 'ਚ ਜਿਹੜੀ ਆਪਾਂ ਗੱਲ ਹੁਣ ਅੱਜ ਡਿਸਕਸ ਕਰਨ ਜਾ ਰਹੇ ਹਾਂ ਕਿ ਕਈ ਵਾਰ ਆਪਾਂ ਕੋਈ ਇਹੋ ਜਿਹੀਆਂ ਲੋਕੇਸ਼ਨਸ 'ਤੇ ਘਰ ਪਿਕ ਕਰ ਜਾਂਦੇ ਹਾਂ ਜਿਹੜੀਆਂ ਕਿ ਆਪਾਂ ਨੂੰ ਲੱਗਦਾ ਕਿ ਬਾਅਦ ਦੇ ਵਿੱਚ ਸ਼ਾਇਦ ਉਹ ਆਪਣੇ ਲਈ ਰਾਈਟ ਲੋਕੇਸ਼ਨਸ ਨਹੀਂ ਸੀਗੀਆਂ, ਅਤੇ ਆਪਾਂ ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ ਵੀ ਇਹ ਜਿਹੜੀਆਂ ਲੋਕੇਸ਼ਨਸ ਪਿਕ ਕਰਨੀਆਂ ਨੇ ਉਹਨਾਂ ਦੇ ਵਿੱਚ ਕਿਵੇਂ ਖਿਆਲ ਰੱਖਿਆ ਜਾਵੇ। ਇੱਕ ਮੈਂ ਤੁਹਾਨੂੰ ਸਵਾਲ ਕਰਨਾ ਚਾਹਾਂਗਾ ਸ਼ਮਸ਼ੇਰ ਜੀ, ਜਿਹੜੇ ਘਰ ਵਿਕਦੇ ਆ, ਇੱਕ ਘਰ ਵਿਕਣ ਨਾਲ ਅਸੀਂ ਦੇਖਿਆ ਕਿ ਕਿੰਨੀ ਲੰਬੀ ਚੇਨ ਜੁੜੀ ਹੋਈ ਹੈ। ਬਿਲਕੁਲ। ਹਾਲਾਂਕਿ ਹੋਮ ਇੰਸਪੈਕਸ਼ਨ ਬੜਾ ਇੱਕ ਇੰਪੋਰਟੈਂਟ ਸੈਗਮੈਂਟ ਹੁੰਦਾ ਸੀ ਉਹਦਾ ਕਿਸੇ ਵੇਲੇ। ਹੁਣ ਤਾਂ ਮੈਨੂੰ ਲੱਗਦਾ ਲੋਕ, ਮੈਨੂੰ ਕਈ ਹੋਮ ਇੰਸਪੈਕਟਰ ਮਿਲਦੇ, ਉਹ ਕਹਿੰਦੇ ਯਾਰ ਕੋਈ ਸਾਨੂੰ ਇੰਸਪੈਕਸ਼ਨ ਹੀ ਨਹੀਂ ਕਰਾ ਕੇ ਰਾਜੀ, ਅਗਲਾ ਕਹਿੰਦਾ ਘਰ ਮਿਲ ਗਿਆ ਹੀ ਬਹੁਤ ਵੱਡੀ ਗੱਲ ਹੈ। ਤਾਂ ਇਹਦੇ ਨਾਲ ਲਾਇਰਸ ਨੇ, ਮੌਰਗੇਜ ਵਾਲੇ ਨੇ, ਸੋ ਕਿੰਨੇ ਲੋਕਾਂ ਦੀ ਰੋਜੀ ਰੋਟੀ ਰੀਅਲ estate ਵਾਲੇ ਦੇ ਆਫਕੋਰਸ ਹੈ ਹੀ ਹੈ ਨੇ, ਜਿਨ੍ਹਾਂ ਦੀ ਰੋਜੀ ਰੋਟੀ ਚੱਲਦੀ ਹੈ ਘਰ ਜਦੋਂ ਇੱਕ ਵਿਕਣ ਲੱਗਦਾ ਹੈ ਤੇ ਕੰਪਲੀਸ਼ਨ ਤੱਕ। ਤੋ ਜੇ ਇੰਨੇ ਘਰ ਮਾਰਕੀਟ 'ਚ ਘੱਟ ਨੇ ਤੇ ਉਹਦੀਆਂ ਕਲੋਜ਼ਿੰਗਾਂ ਵੀ ਘੱਟ ਹੋਣਗੀਆਂ, ਉਹਦੀਆਂ ਇੰਸਪੈਕਸ਼ਨਾਂ ਵੀ ਘੱਟ ਹੋਣਗੀਆਂ। ਤਾਂ ਆਈ ਥਿੰਕ ਇਹ ਵੀ ਤੇ ਐਸਪੈਕਟ ਹੈ ਜਿਹੜਾ ਹਿੱਟ ਕਰ ਰਿਹਾ ਇਸ ਵੇਲੇ। ਬਿਲਕੁਲ ਜੀ, ਕਿਉਂਕਿ ਦੇਖੋ ਆਪਾਂ ਸਿਰਫ ਰੀਅਲ estate ਨਹੀਂ, ਕੋਈ ਵੀ ਇੰਡਸਟਰੀ ਲੈ ਲਓ ਤੁਸੀਂ, ਉਹਦੇ ਨਾਲ ਹਮੇਸ਼ਾ ਇੱਕ ਤਾਂ ਡਾਇਰੈਕਟ EMPLOYEES ਉਸ ਕੰਮ ਦੇ ਵਿੱਚ ਹੁੰਦੇ ਆ, ਇੱਕ ਜਿਹੜੀ ਹੈ ਇਨਡਾਇਰੈਕਟ EMPLOYMENT ਉਹ ਬਿਜ਼ਨਸ ਜਾਂ ਉਹ ਕਿੱਤਾ ਜਿਹੜਾ ਆ ਉਹ ਕ੍ਰੀਏਟ ਕਰਦਾ ਆ। ਤੇ ਰੀਅਲ estate ਮਾਰਕੀਟ ਜਿਹੜੀ ਆ ਉਹ ਇੰਨੀ ਕੁ ਵਾਸਟ ਹੈਗੀ ਆ ਕਿ ਇਹਦੇ 'ਚ ਬਹੁਤ ਜ਼ਿਆਦਾ ਜਿਹੜੀ ਆ ਨਾ ਇਕੋਨਮੀ ਜਿਹੜੀ ਆ ਇਹਦੇ ਉੱਤੇ ਡਿਪੈਂਡੈਂਟ ਹੈਗੀ ਆ। ਜਿਵੇਂ ਤੁਸੀਂ ਗੱਲ ਕੀਤੀ ਕਿ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਜੇ ਆਪਾਂ ਇੱਕ ਨਵਾਂ ਘਰ ਬਣਾਉਣਾ ਹੈ ਜੀ, ਉਹਦੇ ਲਈ ਜ਼ਮੀਨ ਬਾਏ ਕਰਨੀ ਆ, ਤੁਸੀਂ ਸਭ ਤੋਂ ਪਹਿਲਾਂ ਇੱਕ ਰੀਅਲਟਰ ਨੂੰ EMPLOY ਕਰੋਗੇ ਆਪਣੇ ਨਾਲ। ਉਸ ਤੋਂ ਬਾਅਦ ਜਿਹੜਾ ਲੈਂਡ ਜਿਹੜੇ ਉਹਦੇ ਸਿਟੀ ਦੇ ਵਿੱਚ ਉਹਦੇ ਬਾਰੇ 'ਚ ਤੁਸੀਂ ਪਤਾ ਕਰਨਾ, ਇੱਕ ਕੰਸਲਟੈਂਟ ਹਾਇਰ ਕਰੋਗੇ। ਸਿਟੀ ਦੇ ਵਿੱਚ ਜਿਹੜੀਆਂ ਜੌਬਸ ਨੇ ਉਹ ਉਸੇ ਕੰਮ ਦੇ ਉੱਤੇ ਡਿਪੈਂਡੈਂਟ ਨੇ ਜੀ।
ਫਿਰ ਤੁਸੀਂ ਜੇ ਘਰ ਦੇ ਵਿੱਚ ਆ ਜਾਓ ਤੇ ਜਿਹੜੀ ਲੰਬਰ ਇੰਡਸਟਰੀ ਹੈ, ਸਟੀਲ ਇੰਡਸਟਰੀ ਹੈ, ਹੋਰ ਜਿਹੜੀਆਂ ਇਹਦੇ ਨਾਲ ਸਹਾਇਕ ਇੰਡਸਟਰੀਜ਼, ਗਲਾਸ ਇੰਡਸਟਰੀ ਹੈ ਜੀ, ਵਿੰਡੋ ਇੰਡਸਟਰੀ, ਮਤਲਬ ਕਿ ਪੂਰੀ ਦੀ ਪੂਰੀ ਇਕਨੋਮੀ ਜਿਹੜੀ ਹੈ ਨਾ ਉਹ ਰੀਅਲ ਸਟੇਟ ਮਾਰਕੀਟ ਦੇ ਨਾਲ ਜੁੜੀ ਹੋਈ ਹੈ। ਜਦੋਂ ਰੀਅਲ ਸਟੇਟ ਮਾਰਕੀਟ ਬੂਮ ਕਰਦੀ ਹੈ ਜੀ, ਬਾਕੀ ਸਾਰੇ ਕਿੱਤੇ ਵੀ ਜਿਹੜੇ ਆ ਉਹ ਫਲਰਿਸ਼ ਹੁੰਦੇ ਆ, ਉਹਦੇ ਨਾਲ ਇੰਪਲੋਇਮੈਂਟ ਵੱਧਦੀ ਹੈ ਤੇ ਉਹਦੇ ਨਾਲ ਹੀ ਇਕਨੋਮੀ ਜਿਹੜੀ ਆ ਉਹ ਰੋਬਸਟ ਹੋ ਕੇ ਚੱਲਦੀ ਹੈ। ਠੀਕ ਹੈ ਜੀ, ਔਰ ਇਹ ਚੱਲਦਾ ਰਹੇਗਾ, ਚੱਲਣ, ਇਹ ਘਟਣ ਨਹੀਂ ਲੱਗਾ। ਔਰ ਉਹਦੇ 'ਚ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ, ਬਾਰ-ਬਾਰ ਇਹ ਗੱਲ ਕਰ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜੀ ਇਮੀਗ੍ਰੈਂਟਸ ਦੀ ਆਮਦ ਹੈ ਉਹ ਇੰਨੀ ਕੁ ਜ਼ਿਆਦਾ ਵੱਧਦੀ ਜਾ ਰਹੀ ਹੈ, ਇੰਨੀ ਕੁ ਜ਼ਿਆਦਾ ਵੱਧਦੀ ਜਾ ਰਹੀ ਹੈ ਕਿ ਤੁਸੀਂ ਦੇਖਿਓ ਥੋੜ੍ਹਾ ਜਿਹਾ ਖੋਲ੍ਹ ਲੈਣ ਦਿਓ ਫਲਾਈਟਾਂ ਨੂੰ ਹਜੇ, ਔਰ ਇਕਨੋਮੀ ਥੋੜ੍ਹੀ ਜਿਹੀ ਹੋਰ ਇਹਨੂੰ ਖੋਲ੍ਹ ਲੈਣ ਦਿਓ। ਇੱਥੇ ਹਾਲਾਤ ਇਹ ਪੈਦਾ ਹੋ ਜਾਣੇ ਆ ਕਿ ਲੋਕੀ ਆਉਣਗੇ ਤੇ ਲੋਕਾਂ ਨੂੰ ਬੇਸਮੈਂਟਾਂ ਨਹੀਂ ਮਿਲਣੀਆਂ, ਲੋਕਾਂ ਨੂੰ ਰਹਿਣ ਨੂੰ ਘਰ ਨਹੀਂ ਮਿਲਣੇ, ਔਰ ਫਿਰ ਲੋੜ ਹੋਏਗੀ ਬਹੁਤ ਜ਼ਿਆਦਾ ਸਾਨੂੰ ਘਰਾਂ ਦੀ, ਬਹੁਤ ਜ਼ਿਆਦਾ ਅਕਮੋਡੇਸ਼ਨ ਦੀ। ਕਿੱਥੋਂ ਉਹ ਘਰ ਆਉਣਗੇ, ਕਦੋਂ ਉਹ ਬਣਨਗੇ, ਕਦੋਂ ਤਿਆਰ ਹੋਣਗੇ? ਸ਼ਾਇਦ ਇਹੀ ਕਾਰਨ ਹੈ ਕਿ ਕੋਈ ਜਿਹੜੇ ਜਦੋਂ ਬਿਲਡਰ ਘਰ ਅਨਾਉਂਸ ਕਰਦੇ ਆ ਤੇ ਕਿਵੇਂ ਲਾਈਨਾਂ ਲਾ ਕੇ ਲੋਕ ਜਿਹੜੇ ਆ ਉੱਥੇ ਪਹੁੰਚ ਜਾਂਦੇ ਆ। ਉਹਦੇ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਆ, ਇੱਕ ਤੇ ਉਹ ਲੋਕ ਜਿਹਨਾਂ ਨੂੰ ਲੋੜ ਹੈ, ਪਰ ਬਹੁਤੇ ਲੋਕ ਉਹ ਹੈ ਜਿਹੜੇ ਇਨਵੈਸਟਰ ਹੈ। ਤਾਂ ਇਨਵੈਸਟਰ ਦਾ ਕੰਮ ਇੱਕੋ ਹੀ ਹੁੰਦਾ ਕਿ ਅਸੀਂ ਜੀ ਘਰ ਬੁੱਕ ਕਰਾ ਲਾਂਗੇ, 4 ਪੈਸੇ ਬਣਾਵਾਂਗੇ ਤੇ ਵੇਚ ਦਿਆਂਗੇ। ਪਰ ਇਹ ਜਿਹੜਾ ਕਨਸੈਪਟ ਹੈ, ਇਹ 'ਚ ਕੋਈ ਬੁਰਾਈ ਨਹੀਂ, ਬਹੁਤ ਲੋਕ ਇਨਵੈਸਟ ਕਰਦੇ ਆ, ਬਹੁਤ ਸਾਰੇ ਫੀਲਡ 'ਚ, ਸ਼ੇਅਰ ਮਾਰਕੀਟ 'ਚ ਲੋਕ ਪੈਸਾ ਲਗਾਉਂਦੇ ਆ, ਬੜੀਆਂ ਸਾਰੀਆਂ ਹੋਰ ਇਸ ਤਰ੍ਹਾਂ ਦੀਆਂ ਇੰਡਸਟਰੀਜ਼ ਨੇ ਜਿੱਥੇ ਲੋਕ ਪੈਸਾ ਲਗਾਉਂਦੇ ਆ। ਪਰ ਰੀਅਲ ਸਟੇਟ ਦੇ ਵਿੱਚ ਜਦੋਂ ਤੁਸੀਂ ਪੈਸਾ ਲਗਾਉਣਾ ਹੈ, ਕਈ ਲੋਕ ਇਹ ਗੱਲ ਕਹਿੰਦੇ ਆ ਜੀ ਕਿ ਇੱਕ ਐਸਾ ਫੀਲਡ ਹੈ ਰੀਅਲ ਸਟੇਟ, ਤੁਸੀਂ ਕਦੀ ਵੀ ਇਹਦੇ 'ਚ ਧੋਖਾ ਨਹੀਂ ਖਾ ਸਕਦੇ, ਕਦੀ ਵੀ ਤੁਸੀਂ ਇਹਦੇ 'ਚ ਗਲਤ ਇਨਵੈਸਟਮੈਂਟ ਨਹੀਂ ਕਰ ਸਕਦੇ, ਕਿਉਂਕਿ ਤੁਹਾਡੇ ਪੈਸੇ ਬਣਨੇ ਹੀ ਬਣਨੇ ਆ ਇਹਦੇ ਵਿੱਚ। ਪਰ ਕਿੰਨੇ ਬਣਨੇ ਆ ਇਹ ਬੜੇ ਸਾਰੇ ਫੈਕਟਰ 'ਤੇ ਆਧਾਰਿਤ ਹੈ, ਉਹਦੀ ਕਰਦੇ ਹਾਂ ਗੱਲ। ਤਾਂ ਪ੍ਰਵੀਨ, ਇਹ ਇੱਕ ਆਮ ਧਾਰਨਾ ਹੈ ਜੀ ਕਿ ਕਿਸੇ ਵੀ ਚੀਜ਼ ਤੁਹਾਨੂੰ ਲਾਸ ਹੋ ਸਕਦਾ, ਸ਼ੇਅਰ ਉੱਪਰ ਥੱਲੇ ਜਾ ਸਕਦੇ ਆ, ਲੇਕਿਨ ਰੀਅਲ ਸਟੇਟ ਤੁਸੀਂ ਅਗਰ ਸਹੀ ਇਨਵੈਸਟਮੈਂਟ ਕਰੋ ਤਾਂ ਕਦੀ ਮਾਰ ਨਹੀਂ ਖਾ ਸਕਦੇ। ਪਰ ਰੀਅਲ ਸਟੇਟ 'ਚ ਵੀ ਅਸੀਂ ਦੇਖਿਆ ਦੋ ਤਰ੍ਹਾਂ ਦੇ ਲੋਕ ਨੇ, ਇੱਕ ਸ਼ਾਰਟ ਟਰਮ ਵਾਲੇ ਹੈ, ਹਾਂਜੀ, ਇੱਕ ਲੌਂਗ ਟਰਮ ਵਾਲੇ ਹੈ। ਬਿਲਕੁਲ। ਪਰ ਉਹਦੇ 'ਚ ਵੀ ਫਿਰ ਕੋਈ ਇੱਕ ਬੰਦਾ ਉਹ ਕਹਿੰਦਾ ਜੀ ਮੇਰੇ ਤਾਂ ਸਾਲ 'ਚ $1,00,000 ਜੇਬ 'ਚ ਪਾਇਆ, ਗਾਂਹ ਗਿਆ। ਇੱਕ ਬੰਦਾ ਕਹਿੰਦਾ ਯਾਰ ਮੈਂ ਤਾਂ 3 ਸਾਲ ਹੋ ਗਏ, ਮੈਂ ਤਾਂ ਉਡੀਕਦਾ ਵੀ ਕਦੋਂ ਪ੍ਰਾਈਸ ਵਧੇ ਤਾਂ ਮੈਂ ਵੇਚਾਂ, ਤੇ ਵੇਚ ਕੇ ਫਿਰ ਜਦੋਂ ਸਾਰੇ ਕੱਟ ਕਟਾ ਕੇ ਜਿਹੜੀਆਂ ਕਮਿਸ਼ਨਾਂ ਦੇ ਦਿੱਤੀਆਂ, ਕਹਿੰਦਾ ਯਾਰ ਬਚਿਆ ਫਿਰ ਕੁਛ ਨਹੀਂ, ਫਿਰ ਉਸ ਤੋਂ ਉੱਤੇ ਕੈਪੀਟਲ ਗੇਨ ਵੀ ਹੈ। ਤਾਂ ਮੇਰੇ ਖਿਆਲ ਇਹ ਬੜਾ ਇੱਕ ਫੈਕਟਰ ਹੈ, ਲੋਕਾਂ ਨੂੰ ਸਮਝਣਾ ਚਾਹੀਦਾ। ਸੈਣੀ ਸਾਹਿਬ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਇਨਵੈਂਟਰੀ ਦਾ ਨੰਬਰ ਆ ਇਹ ਘਟਦਾ ਜਾ ਰਿਹਾ, ਜਦੋਂ ਇਨਵੈਂਟਰੀ ਦਾ ਨੰਬਰ ਘਟਦਾ ਜਾ ਰਿਹਾ, ਮੈਨੂੰ ਇੱਕ ਚੀਜ਼ ਨਜ਼ਰ ਆ ਰਹੀ ਹੈ ਜਿਹੜੀ ਕਿ ਆਉਣ ਵਾਲੇ ਸਾਲਾਂ 'ਚ ਆਪਾਂ ਦੇਖਾਂਗੇ। 2022 ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਸਾਨੂੰ ਕੋਈ ਇਨਵੈਂਟਰੀ ਦਾ ਨੰਬਰ ਕੋਈ ਬਹੁਤਾ ਇੰਪਰੂਵ ਨਹੀਂ ਹੁੰਦਾ ਨਜ਼ਰ ਆ ਰਿਹਾ। ਜਦੋਂ ਇਨਵੈਂਟਰੀ ਦਾ ਨੰਬਰ ਇੰਪਰੂਵ ਨਹੀਂ ਹੋਣਾ ਤਾਂ ਲੋਕਾਂ ਕੋਲ ਬਾਇੰਗ ਦੀਆਂ ਆਪਸ਼ਨਸ ਵੀ ਘਟ ਜਾਣੀਆਂ ਨੇ। ਉਹਦੇ 'ਚ ਇੱਕ ਚੀਜ਼ ਇਹ ਹੋ ਜਾਂਦੀ ਹੈ ਕਿ ਲੋਕਾਂ ਦੇ ਵੀ ਦਿਮਾਗ 'ਚ ਇੱਕ ਇਹ ਚੀਜ਼ ਆ ਜਾਂਦੀ ਹੈ ਵੀ ਜਿੱਥੇ ਵੀ ਪ੍ਰਾਪਰਟੀ ਮਿਲਦੀ ਆ ਉਹ ਲੈ ਲਓ, ਰਾਈਟ। ਉਹਦੇ 'ਚ ਇਹ ਹੈ ਕਿ ਉਹ ਕਿਸੇ ਵੀ ਟਾਊਨ 'ਚ ਕਿਤੇ ਵੀ ਕੰਸਟਰਕਸ਼ਨ ਹੋ ਰਹੀ ਹੈ, ਚਾਹੇ ਉਹ ਟਾਊਨ ਉਹਨਾਂ ਦੀ ਰਿਕੁਆਇਰਮੈਂਟ ਦੇ ਮੁਤਾਬਿਕ ਹੈ ਜਾਂ ਨਹੀਂ ਹੈ। ਕਈ ਵਾਰ ਤਾਂ ਜਿਹੜੇ ਐਂਡ ਯੂਜ਼ਰ ਨੇ ਉਹ ਵੀ ਕਿਸੇ ਇਹੋ ਜਿਹੀ ਥਾਂ 'ਤੇ ਲੋਕੇਸ਼ਨ 'ਤੇ ਪ੍ਰਾਪਰਟੀ ਬਾਏ ਕਰ ਲੈਂਦੇ ਆ ਕਿ ਉਹ ਉਹਨਾਂ ਦੀ ਮਤਲਬ ਸੂਟੇਬਿਲਿਟੀ ਦੇ ਮੁਤਾਬਿਕ ਬਿਲਕੁਲ ਨਹੀਂ ਹੁੰਦੀ। ਗਰੋਥ ਤਾਂ ਇੱਕ ਚੀਜ਼ ਇਹ ਹੈ ਸੈਣੀ ਸਾਹਿਬ ਕਿ ਓਵਰ ਦਾ ਪੀਰੀਅਡ ਇੱਕ ਜਿਹੜੀ ਨਾਰਮਲ ਗਰੋਥ ਆ 2-3% 4% ਉਹ ਤਾਂ ਹਰ ਥਾਂ 'ਤੇ ਹੋਣੀ ਆ, ਉਹਦੇ 'ਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈ। ਬਟ ਜੇ ਆਪਾਂ ਚਾਹੁੰਦੇ ਹਾਂ ਕਿ ਇਸ ਗਰੋਥ ਨੂੰ ਮੈਕਸਿਮਾਈਜ਼ ਕੀਤਾ ਜਾਵੇ ਤਾਂ ਜਿਹੜੀ ਆਪਾਂ ਗੱਲ ਕਰਨੀ ਜਾ ਰਹੇ ਹਾਂ ਕਿ ਜਿਹੜੀ ਲੋਕੇਸ਼ਨ ਆ ਉਹ ਬਹੁਤ ਇੰਪੋਰਟੈਂਟ ਆ ਉਹਦੇ 'ਚ, ਜੇ ਆਪਾਂ ਉਹਨੂੰ ਮੈਕਸਿਮਾਈਜ਼ ਕਰਨਾ ਚਾਹ ਰਹੇ ਹਾਂ ਤਾਂ। ਲਓ ਜੀ, ਇੱਕ ਬ੍ਰੇਕ ਦਾ ਸਮਾਂ ਹੋ ਚੱਲਿਆ ਹੈ ਔਰ ਬ੍ਰੇਕ ਤੋਂ ਬਾਅਦ ਤੁਹਾਨੂੰ ਅਸੀਂ ਅੱਜ ਇਹੀ ਜਾਣਕਾਰੀ ਦੇਣੀ ਹੈ, ਔਰ ਇਹ ਮੇਰਾ ਦਾਅਵਾ ਹੈ ਜੀ ਕਿ ਇੰਨੀ ਵਧੀਆ ਜਾਣਕਾਰੀ ਹੋਏਗੀ ਕਿ ਤੁਸੀਂ ਇਹ ਪ੍ਰੋਗਰਾਮ ਨੂੰ ਜਦੋਂ ਦੇਖ ਰਹੇ ਹੋਵੋਗੇ ਤੇ ਤੁਸੀਂ ਜ਼ਰੂਰ ਇੰਜੋਏ ਕਰੋਗੇ ਇਸ ਗੱਲਬਾਤ ਨੂੰ, ਕਿਉਂਕਿ ਤੁਹਾਡੇ ਲਈ ਬੜੀ ਕੰਮ ਦੀ ਗੱਲ ਹੈ। ਜੇ ਤੁਸੀਂ ਰੀਅਲ ਸੈਂਸ ਦੇ ਵਿੱਚ ਇਨਵੈਸਟਰ ਹੋ ਜਾਂ ਤੁਸੀਂ ਇਸ ਤਰ੍ਹਾਂ ਕਿਸੇ ਸਬਅਰਬ 'ਚ ਜਾ ਕੇ ਰਹਿਣਾ ਚਾਹ ਰਹੇ ਹੋ। ਬਹੁਤ ਸਾਰੇ ਬੱਚੇ ਹੈ ਜਿਹੜੇ, ਬਹੁਤ ਸਾਰੇ ਯੰਗ ਨੇ ਲੋਕ ਨੇ ਜਿਹੜੇ ਹੁਣ ਡਾਊਨਟਾਊਨ 'ਚ ਨਹੀਂ ਰਹਿਣਾ ਚਾਹੁੰਦੇ। ਪਹਿਲਾਂ ਉਹਨਾਂ ਦੀ ਫਸਟ ਪ੍ਰੈਫਰੈਂਸ ਡਾਊਨਟਾਊਨ ਹੁੰਦੀ ਰਹੀ ਹੈ, ਉੱਥੇ ਕੋਂਡੋ ਲੈ ਲਓ। ਹੁਣ ਉਹ ਦੂਰ ਦੁਰਾਡੇ ਵਰਕ ਫਰੋਮ ਹੋਮ ਕਰਦੇ ਆ, ਤੇ ਉਹ ਐਸੇ ਲੋਕਾਂ ਵਾਸਤੇ ਵੀ ਜਾਂ ਜਿਹੜੇ ਲੋਕ ਇਨਵੈਸਟਰ ਨੇ ਉਹਨਾਂ ਵਾਸਤੇ ਵੀ ਬੜੀ ਵਧੀਆ ਗੱਲਬਾਤ ਹੈ ਜਿਹੜੀ ਅਸੀਂ ਕਰਨ ਜਾ ਰਹੇ ਹਾਂ। ਲੇਕਿਨ ਪ੍ਰੋਗਰਾਮ ਦੇ ਅਗਲੇ ਹਿੱਸੇ ਲੋ ਜੀ, ਤੁਹਾਡਾ ਸਵੇਰ ਤੋਂ ਕਰਦੇ ਹਾਂ ਸਵਾਗਤ। ਪ੍ਰਵਾਸੀ ਪ੍ਰਾਪਰਟੀ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਪ੍ਰਵੀਨ ਅਰੋੜਾ ਹੋਰਾਂ ਨੂੰ ਔਰ ਸ਼ਮਸ਼ੇਰ ਢਿੱਲੋਂ ਹੋਰਾਂ ਨੂੰ। ਸ਼ਮਸ਼ੇਰ ਜੀ, ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਦੱਸੋ ਥੋੜ੍ਹਾ ਜਿਹਾ ਕਿ ਇੱਕ ਨਵਾਂ ਟ੍ਰੈਂਡ ਦੇਖਣ 'ਚ ਆ ਰਿਹਾ ਹੈ ਜਦੋਂ ਦਾ, ਖਾਸ ਤੌਰ ਦੇ ਉੱਤੇ ਕੋਵਿਡ ਤੋਂ ਬਾਅਦ ਜੀ
ਲੋਕਾਂ ਨੇ ਡਾਊਨਟਾਊਨ ਦੀ ਭੀੜ ਭੜਾਕੇ ਦੇ ਇਲਾਕੇ 'ਚ ਰਹਿਣ ਦੀ ਬਜਾਏ ਖੁੱਲੇ ਡੁੱਲੀ ਜਗ੍ਹਾ 'ਚ ਸਾਫ਼ ਹਵਾ ਔਰ ਖੁੱਲੀ ਡੁੱਲੀ ਅਕੋਮੋਡੇਸ਼ਨ ਔਰ ਜੋ ਉਹ ਡਾਊਨਟਾਊਨ 'ਚ ਪੇ ਕਰ ਰਹੇ ਸੀ ਉਸ ਤੋਂ ਕਿਤੇ ਘੱਟ ਪ੍ਰਾਈਸ ਦੇ ਉੱਤੇ ਉਹਨਾਂ ਨੂੰ ਵਧੀਆ ਅਕੋਮੋਡੇਸ਼ਨ ਜੇ ਥੋੜੀ ਦੂਰ ਮਿਲ ਜਾਏ ਔਰ ਅਫੋਰਡ ਕਰ ਸਕਣ, ਜਿਹਦਾ ਪ੍ਰਵੀਨ ਹੋਰੀ ਕਹਿ ਰਹੇ ਸੀ। ਤਾਂ ਮੇਰੇ ਖਿਆਲ ਇਹ ਇੱਕ ਨਵਾਂ ਟ੍ਰੈਂਡ ਜਿਹੜਾ ਦੇਖਣ ਨੂੰ ਆ ਰਿਹਾ। ਬਿਲਕੁਲ ਜੀ, ਕਿਉਂਕਿ ਕੋਵਿਡ ਕਰਕੇ ਜਿਹੜਾ ਕਮਿਊਟ ਦਾ ਕਨਸੈਪਟ ਸੀ ਉਹ ਇੱਕ ਤਰ੍ਹਾਂ ਨਾਲ ਖਤਮ ਹੀ ਹੋ ਗਿਆ ਸੀਗਾ ਜੀ। ਤੁਹਾਨੂੰ ਰੋਜ਼ ਆਫਿਸ ਨਹੀਂ ਸੀ ਜਾਣਾ ਪੈਂਦਾ, ਮੋਸਟਲੀ ਘਰੋਂ ਹੀ ਕੰਮ ਕਰ ਰਹੇ ਸੀਗੇ ਸਾਰੇ ਪ੍ਰੋਫੈਸ਼ਨਲਸ। ਜਿਹੜੇ EMPLOYERS ਵੀ ਸੀਗੇ ਉਹਨਾਂ ਨੂੰ ਮੇਕ ਸ਼ੋਰ ਕਰ ਰਹੇ ਸੀਗੇ ਕਿ ਹਰ ਇੱਕ ਸੁੱਖ ਸਹੂਲਤ ਮਿਲ ਸਕੇ ਜਿਹੜਾ ਉਹ ਘਰੋਂ ਕੰਮ ਕਰ ਸਕਣ। ਉਹਦੇ ਨਾਲ ਹੋਇਆ ਕੀ ਜੀ ਕਿ ਜਿਹੜੇ ਬੰਦੇ ਹਾਈ ਰੈਂਟ ਪੇ ਕਰ ਰਹੇ ਸੀਗੇ ਡਾਊਨਟਾਊਨ ਦੇ ਵਿੱਚ ਬਿਲਡਿੰਗਸ ਦੇ ਵਿੱਚ, ਉਹਨਾਂ ਨੇ ਇਹੀ ਸੋਚਿਆ ਕਿ ਹੁਣ ਸਾਨੂੰ ਇਹ ਜ਼ਰੂਰੀ ਤੇ ਹੈ ਨਹੀਂਗਾ ਕਿ ਅਸੀਂ ਹਰ ਰੋਜ਼ ਆਫਿਸ ਜਾਣਾ, ਸੋ ਕਿਉਂ ਨਾ ਆਪਣੀ ਸੇਵਿੰਗਸ ਨੂੰ ਵਧਾਇਆ ਜਾਵੇ ਔਰ ਜਿਹੜਾ ਮੇਨ ਸਿਟੀ ਆ ਉਸ ਤੋਂ ਬਾਹਰ ਨਿਕਲ ਕੇ ਜਿੱਥੇ ਸਾਨੂੰ ਸਸਤੀ ਅਕੋਮੋਡੇਸ਼ਨ ਮਿਲਦੀ ਆ ਉੱਥੇ ਲਈ ਜਾਵੇ। ਬਿਲਕੁਲ। ਉਹਦੇ ਨਾਲ ਹੋਇਆ ਕੀ ਕਿ ਸਾਡੇ ਇੱਥੇ ਤਾਂ ਇਨਵੈਂਟਰੀ ਘੱਟ ਹੈ ਹੀ ਸੀਗੀ, ਛੋਟੇ ਸ਼ਹਿਰਾਂ ਦੇ ਵਿੱਚ ਵੀ ਕਾਫੀ ਕੰਪੀਟੀਸ਼ਨ ਹੋਣਾ ਸ਼ੁਰੂ ਹੋ ਗਿਆ ਜੀ। ਉੱਥੇ ਵੀ ਪ੍ਰਾਈਸਿਸ ਜੇ ਆਪਾਂ ਹੁਣ ਆਪਣੇ ਆਸੇ-ਪਾਸੇ ਜਿਹੜੇ ਸਬਰਬਸ ਨੇ ਉੱਥੇ ਨਜ਼ਰ ਮਾਰੀਏ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਕੈਂਬਰਿਜ ਦੇਖ ਲਓ, ਕਿਚਨਰ ਦੇਖ ਲਓ, ਤੁਸੀਂ ਵਾਟਰਲੂ ਦੇਖ ਲਓ, ਬਿਲਕੁਲ ਉੱਥੇ ਵੀ ਪ੍ਰਾਈਸਿਸ ਜਿਹੜੀਆਂ ਨੇ ਅੱਜ ਤੋਂ 3 ਸਾਲ ਪਹਿਲਾਂ ਜਿਹੜੀਆਂ ਪ੍ਰਾਈਸਿਸ ਸੀ ਉਸ ਨਾਲੋਂ ਆਲਮੋਸਟ ਜੇ ਪੂਰੀਆਂ ਡਬਲ ਨਹੀਂ ਤਾਂ ਡਬਲ ਹੋ ਚੁੱਕੀਆਂ ਜੀ ਪ੍ਰਾਈਸਿਸ ਜਿਹੜੀਆਂ ਉੱਥੇ ਵੀ। ਸੋ ਇਸ ਕਰਕੇ ਜਿਹੜਾ ਐਂਡ ਯੂਜ਼ਰ ਆ ਜੀ ਉਹਦੇ ਵਾਸਤੇ ਹੁਣ ਕਾਫੀ ਮੁਸ਼ਕਲ ਹੋ ਗਿਆ ਕਿ ਈਵਨ ਵੱਡੇ ਸ਼ਹਿਰ 'ਚ ਤਾਂ ਮੁਸ਼ਕਲ ਹੈ ਹੀ ਹੈ ਸੀਗਾ, ਛੋਟੇ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਹੈ ਉਹ ਇੱਕ ਜਿਹੜਾ ਪਹੁੰਚ ਤੋਂ ਬਾਹਰ ਹੋ ਗਈ ਹੈ ਗੱਲ ਐਂਡ ਯੂਜ਼ਰ ਵਾਸਤੇ, ਖਾਸ ਕਰਕੇ ਫਸਟ ਟਾਈਮ ਬਾਇਰ ਵਾਸਤੇ, ਕਿਉਂਕਿ ਉਹਨਾਂ ਦੇ ਰਿਸੋਰਸਿਸ ਪਹਿਲਾਂ ਹੀ ਬਹੁਤ ਲਿਮਿਟਡ ਹੁੰਦੇ ਨੇ, ਡਾਊਨ ਪੇਮੈਂਟ ਦੀ ਕਮੀ ਹੁੰਦੀ ਹੈ, ਮੌਰਗੇਜ ਲਈ ਕੁਆਲੀਫਾਈ ਕਰਨ ਦੀ ਜਿਹੜੀ ਆ ਸ਼ਰਤਾਂ ਹੁੰਦੀਆਂ ਨੇ। ਸੋ ਇਸ ਲਈ ਕਾਫੀ ਮੁਸ਼ਕਲ ਹੁੰਦੀ ਜਾ ਰਹੀ ਹੈ ਕਿ ਕਿਸੇ ਵੀ ਲੋਕੇਸ਼ਨ ਤੇ ਜਿਹੜਾ ਹੁਣ ਘਰ ਬਾਏ ਕਰਨਾ ਇੱਕ ਤਰ੍ਹਾਂ ਨਾਲ ਅਸੰਭਵ ਜਿਹਾ ਹੋ ਗਿਆ ਔਰ ਇਹਦੀ ਜਿਹੜਾ ਹੱਲ ਕੋਈ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਨੀਅਰ ਫਿਊਚਰ ਦੇ ਵਿੱਚ ਤੇ ਨਜ਼ਰ ਆਉਂਦਾ ਨਹੀਂਗਾ ਹੈਗਾ। ਹੋ ਸਕਦਾ ਕਿ ਗਵਰਨਮੈਂਟ ਕੁਝ ਇਸ ਤਰ੍ਹਾਂ ਦੀਆਂ ਪਾਲਿਸੀਜ਼ ਲਿਆਏ, ਇਨਵੈਸਟਰਸ ਦੇ ਉੱਤੇ ਕੁਝ ਰੋਕਾਂ ਲਾਏ ਤਾਂ ਕਿ ਜਿਹੜੇ ਐਂਡ ਯੂਜ਼ਰਸ ਨੇ, ਫਸਟ ਟਾਈਮ ਯੂਜ਼ਰਸ ਨੇ, ਉਹਨਾਂ ਨੂੰ ਕੁਝ ਹੋਰ ਇਨਸੈਂਟਿਵਸ ਦੇ ਕੇ ਹੋਮ ਬਾਇੰਗ ਜਿਹੜੀ ਆ ਉਹਨਾਂ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਸਸਤੀ ਕੀਤੀ ਜਾ ਸਕੇ। ਬਿਲਕੁਲ ਠੀਕ ਹੈ ਜੀ। ਔਰ ਪ੍ਰਵੀਨ, ਪਿਛਲੇ ਸਮੇਂ 'ਚ ਸਾਨੂੰ ਜਾਣ ਦਾ ਮੌਕਾ ਮਿਲਿਆ ਗਲਫ, ਤੇ ਉੱਥੇ ਆਪਣੀ ਕਮਿਊਨਿਟੀ ਨੇ ਇੱਕ ਬੜਾ ਵੱਡਾ ਗੁਰਦੁਆਰਾ ਉਸਾਰਿਆ ਜੀ ਔਰ ਅਸੀਂ ਉਹਨੂੰ ਪੂਰਾ ਕਵਰ ਕਰ ਰਹੇ ਹਾਂ। ਅਸੀਂ ਉਹਨੂੰ ਲਾਈਵ ਟੈਲੀਕਾਸਟ ਵੀ ਕੀਤਾ ਔਰ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ $13.5 ਮਿਲੀਅਨ ਉਸ ਗੁਰੂ ਘਰ ਦੇ ਉੱਤੇ ਕੰਸਟਰਕਸ਼ਨ ਤੇ ਆਏ ਆ। $13.5 ਮਿਲੀਅਨ ਔਰ ਦੇਖਣ ਵਾਲਾ ਗੁਰਦੁਆਰਾ ਹੈ, ਜਾਓ ਤੇ ਤੁਸੀਂ ਹੈਰਾਨ ਹੋ ਜਾਓਗੇ, ਸਟੇਟ ਆਫ ਦਾ ਆਰਟ ਗੁਰਦੁਆਰਾ ਹੈ। ਪਰ ਅਸੀਂ ਹੈਰਾਨ ਸੀ ਉੱਥੋਂ ਦੀ ਸੰਗਤ ਤੇ, ਜਿਨ੍ਹਾਂ ਨੇ ਪ੍ਰਣ ਕੀਤਾ। ਉਹਨਾਂ ਨੂੰ ਬੜੀਆਂ ਮੁਸ਼ਕਲਾਂ ਆਈਆਂ ਉੱਥੇ। ਪਹਿਲਾਂ ਗੋਰਿਆਂ ਨੇ ਕਿਹਾ ਜੀ ਅਸੀਂ ਗੁਰਦੁਆਰਾ ਬਣਨ ਨਹੀਂ ਦੇਣਾ ਇਸ ਇਲਾਕੇ ਦੇ ਵਿੱਚ, ਪਰ ਉਹਨਾਂ ਨੇ ਇੱਕ ਬੈਟਲ ਸੀ ਜਿਹੜੀ ਲੜੀ, ਜਿੱਤੇ ਔਰ ਉਸ ਤੋਂ ਬਾਅਦ ਗੁਰਦੁਆਰਾ ਬਣਿਆ। ਹੁਣ ਸਾਰੇ ਖੁਸ਼ ਨੇ। ਅੱਛਾ, ਉੱਥੇ ਹੁਣ ਆਲੇ ਦੁਆਲੇ ਵਾਲੇ ਗੋਰੇ ਬੜੇ ਖੁਸ਼ ਨੇ। ਉਹ ਹਰ ਬੰਦਾ ਗੁਰਦੁਆਰੇ ਦੇ ਲਾਗੇ ਜਾ ਕੇ ਰਹਿਣਾ ਚਾਹੁੰਦਾ, ਪੰਜਾਬੀ ਤੋਂ ਵੱਧ ਪੈਸੇ ਦੇਣ ਨੂੰ ਤਿਆਰ ਆ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ। ਪ੍ਰਾਈਸਿਸ ਉਹਨਾਂ ਦੀਆਂ ਕਿਤੇ ਵੱਧ ਗਈਆਂ, ਹੈ ਨਾ ਜੀ। ਤਾਂ ਜਿਹੜਾ ਮੈਂ ਦੇਖਿਆ ਉੱਥੇ ਜਾ ਕੇ ਇਹ ਵੀ ਆਪਣੀ ਇੰਨੀ ਕਮਿਊਨਿਟੀ ਹੈ ਗਲਫ ਦੇ ਵਿੱਚ। ਸੋ ਮਤਲਬ ਗਲਫ ਇੱਕ ਐਂ ਸਮਝਦੇ ਸੀ ਵੀ ਪਤਾ ਨਹੀਂ GT ਤੋਂ ਕਿੰਨੀ ਕੁ ਦੂਰ ਆ ਕੋਈ ਜਗ੍ਹਾ ਗਲਫ, ਤੇ ਹੁਣ ਬੈਰੀ ਦੀ ਗੱਲ ਕਰ ਲਓ, ਇੱਧਰ ਕੈਂਬਰਿਜ, ਗਲਫ ਜਿਹਦੇ ਗੱਲਾਂ ਕਰ ਰਹੇ ਆ, ਇਹ ਉਹ ਟਾਊਨ ਨੇ ਜਿਹੜੇ ਐਂ ਲੱਗਦਾ ਕਿ ਆਪਣੀ ਰੀਚ ਦੇ ਵਿੱਚ ਹੀ ਨੇ। ਔਸ਼ਵਾ ਬਹੁਤ ਦੂਰ ਕਦੀ ਲੱਗਦਾ ਸੀ, ਸਕਾਰਬਰੋ ਵੀ ਕਹਿੰਦੇ ਸੀ ਕਿ ਯਾਰ ਬੜੀ ਦੂਰ ਹੈ ਸਕਾਰਬਰੋ। ਇੱਕ ਸਮਾਂ 'ਤੇ ਆਪਾਂ ਨਵੇਂ ਆਏ ਸੀ ਕੈਨੇਡਾ ਦੇ ਵਿੱਚ, ਤੇ ਉਹ ਕਹਿੰਦੇ ਸੀ ਜੀ ਬਰੈਂਪਟਨ ਜਿਹੜੇ ਸਾਡੇ ਤੋਂ ਪਹਿਲਾਂ ਬੰਦੇ, ਉਹ ਕਹਿੰਦੇ ਜੀ 1-2 ਸੀਟਾਂ ਹੁੰਦੀਆਂ ਸੀ, ਸਟੀਲ ਹੁੰਦੀ ਸੀ, ਖੇਤ ਹੀ ਖੇਤ ਹੁੰਦੇ ਸੀ। ਅੱਜ ਕੋਈ ਬੰਦਾ ਨਵਾਂ ਆਵੇ ਉਹ ਸੋਚ ਸਕਦਾ ਕਿ ਕੁਝ ਸਾਲ ਪਹਿਲਾਂ ਬਰੈਂਪਟਨ ਕੀ ਸੀ। ਆਈ ਬਲੀਵ ਆਉਣ ਵਾਲੇ 5-7-10 ਸਾਲਾਂ 'ਚ ਇਹਨਾਂ ਸ਼ਹਿਰਾਂ ਬਾਰੇ ਵੀ ਲੋਕ ਇਹੀ ਗੱਲਾਂ ਕਰਨਗੇ। ਬਿਲਕੁਲ। ਉਹਦੇ 'ਚ ਸੈਣੀ ਸਾਹਿਬ ਇਹ ਚੀਜ਼ ਆ ਕਿ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਕਿ ਜਿੱਦਾਂ ਵੀ ਆਪਾਂ ਕੋਈ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਹਾਂ, ਜੇ ਤਾਂ ਆਪਣਾ ਕੋਈ ਸ਼ਾਰਟ ਟਰਮ ਪਲਾਨ ਆ ਤਾਂ ਉਹਦੇ ਮੁਤਾਬਕ ਦੇਖੀਏ ਕਿ ਇਹ ਪ੍ਰੋਪਰਟੀ ਨੂੰ ਆਪਾਂ ਕਿੰਨਾ ਟਾਈਮ ਬਾਅਦ ਇਹਨੂੰ ਆਪਾਂ ਚੇਂਜ ਕਰ ਸਕਦੇ ਹਾਂ, ਮਤਲਬ ਸੈੱਲ ਕਰ ਸਕਦੇ ਹਾਂ।
ਔਰ ਕਈ ਵਾਰ ਇਹ ਹੈ ਕਿ ਜਿਹੜੀਆਂ ਬਾਹਰ ਵਾਲੀਆਂ ਲੋਕੇਸ਼ਨਸ ਨੇ ਉੱਥੇ ਐਂਡ ਯੂਜ਼ਰਸ ਲਈ ਤਾਂ ਠੀਕ ਆ ਕਿਉਂਕਿ ਉਹਨਾਂ ਨੇ ਜਾ ਕੇ ਉੱਥੇ ਰਹਿਣਾ ਕੁਝ ਟਾਈਮ ਲਈ, ਬਟ ਕਈ ਥਾਵਾਂ ਤੇ ਇਦਾਂ ਵੀ ਹੈਗਾ ਜੀ ਕਿ ਉੱਥੇ ਉਹ ਬਾਏ ਕਰ ਲੈਂਦੇ ਪਰ ਉੱਥੇ ਰੈਂਟਲ ਦੀ ਇੰਨੀ ਡਿਮਾਂਡ ਨਹੀਂ ਹੁੰਦੀ। ਬਿਲਕੁਲ ਠੀਕ ਹੈ। ਨਾ ਤਾਂ ਉੱਥੇ ਰੈਂਟਲ ਦੀ ਇੰਨੀ ਜ਼ਿਆਦਾ ਡਿਮਾਂਡ ਆ ਤੇ ਨਾ ਹੀ ਉੱਥੇ ਇੰਨੀ ਜ਼ਿਆਦਾ ਬਾਇੰਗ ਦੀ ਜ਼ਿਆਦਾ ਡਿਮਾਂਡ ਹੁੰਦੀ ਹੈ। ਐਪਰੀਸ਼ੀਏਸ਼ਨ ਹੈ। ਹਾਂਜੀ, ਮੈਂ ਇੱਕ ਛੋਟੀ ਜਿਹੀ ਗੱਲ ਸ਼ੇਅਰ ਕਰਦਾ। ਅੱਜ ਸਵੇਰੇ ਡੈਨੀਅਲਸ ਵਾਲੇ ਇੱਕ ਆਪਣੇ ਜਿਹੜਾ ਮਾਊਂਟ ਪਲੇਜ਼ੈਂਟ ਗੋ ਸਟੇਸ਼ਨ ਹੈ ਜੀ ਉੱਥੇ ਬਣਾ ਰਹੇ ਨੇ ਟਾਊਨ ਹਾਊਸ ਤੇ ਬਣਾ ਰਹੇ ਆ ਜੀ ਕੌਂਡੋ ਦੀ ਮਿਡ ਰਾਈਜ਼ ਬਿਲਡਿੰਗ। ਸੈਣੀ ਸਾਹਿਬ ਉਹਨਾਂ ਨੇ ਸਿਰਫ 100 ਯੂਨਿਟ ਰਿਲੀਜ਼ ਕਰਨੇ ਆ ਜੀ। ਅੱਜ ਸਵੇਰੇ ਮੈਂ ਉੱਥੇ ਸੀਗਾ, ਡੋਮਿਨਿਕ ਨਾਲ ਗੱਲ ਹੋ ਰਹੀ ਸੀਗੀ। ਮੇਰਾ ਖਿਆਲ ਆ ਵੀ ਉੱਥੇ ਅੱਜ ਸਾਰਾ ਦਿਨ ਉਹਨਾਂ ਨੇ ਜਿਹੜੇ ਪਲੈਟੀਨਮ ਏਜੰਟਸ ਆ ਉਹਨਾਂ ਨੂੰ ਉੱਥੇ ਬੁਲਾਇਆ ਤੇ ਅਸੀਂ ਸਵੇਰੇ ਅਰਲੀ ਮਾਰਨਿੰਗ ਸੀਗੇ ਉੱਥੇ। 100 ਯੂਨਿਟ ਦੇ ਵਾਸਤੇ ਅਸੀਂ ਤਾਂ ਸਿਰਫ ਇੱਕ ਏਜੰਟ ਹੈ, ਇੱਕ ਟੀਮ ਸਾਡੀ ਦੀ ਵੀ ਗੱਲ ਛੱਡੋ, ਮਤਲਬ ਇੱਕ ਸਾਡੇ ਕੋਲ ਜਿਹੜੇ ਸਾਡੇ ਪ੍ਰੀ ਕੰਸਟਰਕਸ਼ਨ ਵਾਲੇ ਏਜੰਟ ਨੇ ਉਹਨਾਂ ਦੇ ਕੋਲ ਹੀ 65 ਵਰਕਸ਼ੀਟਾਂ ਆਲਰੇਡੀ ਸਬਮਿਟ ਹੋ ਚੁੱਕੀਆਂ ਨੇ ਜੀ। ਸਿਰਫ 100 ਯੂਨਿਟ ਹੈ ਜੀ ਹਜੇ ਉਹਨਾਂ ਦੇ ਵਿੱਚ। ਮਤਲਬ ਇਦਾਂ ਡਿਮਾਂਡ ਆ ਜੀ। ਮਤਲਬ ਉਹਦਾ ਕੀ ਹੈ ਕਿ ਉਹ ਲੋਕੇਸ਼ਨ ਹੈ ਜਿਹੜੀ ਬਿਲਕੁਲ ਉਹ ਮਾਊਂਟ ਪਲੇਜ਼ੈਂਟ ਦੇ ਨਾਲ ਆ। ਮੈਨੂੰ ਇਹ ਲੱਗ ਰਿਹਾ ਕਿ ਉਹਨਾਂ ਦੇ ਕੋਲ ਘੱਟੋ ਘੱਟ 100 ਯੂਨਿਟ ਦੇ ਵਾਸਤੇ, ਜੇ ਮੈਂ ਗਲਤ ਨਾ ਹੋਵਾਂ ਤਾਂ ਤਕਰੀਬਨ 5000 ਦੇ ਕਰੀਬ ਵਰਕਸ਼ੀਟਸ ਇਕੱਠੀ ਹੋ ਜਾਣੀ ਹੈ। ਲਓ ਜੀ, ਜਿਨ੍ਹਾਂ ਕੋਲ 100 ਦੇ ਅਗੇਂਸਟ 5000 ਐਪਲੀਕੇਸ਼ਨ ਆ ਜਾਏਗੀ, ਉਹ ਫਿਰ ਕਿਵੇਂ ਰੇਟ ਵਧਾਉਣਗੇ, ਕਿਵੇਂ ਉਹ ਟਰੀਟ ਕਰਨਗੇ ਆਪਣੇ ਕੰਜ਼ਿਊਮਰਸ ਨੂੰ, ਬਾਇਰਸ ਨੂੰ, ਕਿਉਂਕਿ ਉਹਨਾਂ ਕੋਲ ਡਿਮਾਂਡ ਹੈ ਤੇ ਉਹਨਾਂ ਕੋਲ ਇਸ ਵੇਲੇ ਇਨਵੈਂਟਰੀ ਹੈ ਨਹੀਂ, ਸਪਲਾਈ ਹੈ ਨਹੀਂ, ਤੇ ਫਿਰ ਕਰਨਗੇ ਉਹ ਕੀ? ਡੈਫੀਨੇਟਲੀ ਪ੍ਰਾਈਸ ਵਧਣਗੇ, ਔਰ ਪ੍ਰਾਈਸ ਵਧਣਗੇ, ਵਾਰ ਚੱਲੇਗੀ ਪ੍ਰਾਈਸ ਦੀ। ਪਰ ਇਹਦੇ ਵਿੱਚ ਜਿਹੜਾ ਸਿਆਣਾ ਕੋਈ ਏਜੰਟ ਹੋਏਗਾ ਜਿਹੜਾ ਉਹ ਤੁਹਾਨੂੰ ਉੱਥੋਂ ਐਸੀ ਜਗ੍ਹਾ ਤੋਂ ਯੂਨਿਟ ਲੈ ਦੇਵੇ ਆਪਣੇ ਰਸੂਖ ਨਾਲ, ਆਪਣੇ ਰਿਲੇਸ਼ਨਸ ਨਾਲ, ਜਾਂ ਤੁਹਾਨੂੰ ਦੱਸੇ ਕਿ ਤੁਸੀਂ ਇਸ ਪ੍ਰੋਜੈਕਟ 'ਚ ਇਨਵੈਸਟ ਕਰੋ, ਆਉਣ ਵਾਲੇ ਸਾਲ, 2 ਸਾਲ, 3 ਸਾਲ, 4 ਸਾਲ ਦੇ ਵਿੱਚ ਇੰਨੀ ਕੁ ਤੁਹਾਡੀ ਐਪਰੀਸ਼ੀਏਸ਼ਨ ਮਿਨੀਮਮ ਹੋ ਜਾਣੀ ਹੈ। ਜਦੋਂ ਇਹ ਸਾਰੀਆਂ ਗੱਲਾਂ ਨੂੰ ਸਮਝ ਲਓਗੇ ਫਿਰ ਤੁਸੀਂ ਇਨਵੈਸਟ ਕਰਨਾ, ਕਿਉਂਕਿ ਐਵਰੀ ਡੇ ਜੇ ਇਹ ਪ੍ਰੋਜੈਕਟ ਆ ਰਹੇ ਨੇ ਕਿਸੇ ਵੀ ਟਾਊਨ ਦੇ ਵਿੱਚ ਆ ਰਹੇ ਨੇ, ਚੁਆਇਸ ਵੀ ਬਹੁਤ ਹੈ। ਇਹ ਨਹੀਂ ਕਿ ਚੁਆਇਸ ਹੈ ਨਹੀਂ, ਪਰ ਹਾਂ ਜਿਹੜੇ ਬਿਲਕੁਲ ਪ੍ਰਾਈਮ ਲੋਕੇਸ਼ਨ ਦੇ ਉੱਤੇ ਜਿਹੜੇ ਪ੍ਰੋਜੈਕਟਸ ਆ ਰਹੇ ਨੇ ਜਿਨ੍ਹਾਂ ਦੀ ਬਹੁਤ ਡਿਮਾਂਡ ਹੈ, ਤੁਸੀਂ ਉਹਦੇ 'ਚ ਪੈਸਾ ਲਾਓਗੇ ਤੇ ਆਪਣੇ ਆਪ ਤੁਹਾਡੀ ਐਪਰੀਸ਼ੀਏਸ਼ਨ ਵਧੀਆ ਹੋਏਗੀ। ਕਿਸੇ ਮਾੜੀ ਥਾਂ ਪੈਸਾ ਫਸਾ ਕੇ ਬਹਿ ਜਾਓਗੇ ਤੇ ਉਡੀਕੋਗੇ ਕਿ ਜੀ ਹੁਣ ਸਾਲ 2 ਸਾਲ ਹੋ ਚੱਲੇ ਪੈਸੇ ਬਣ ਨਹੀਂ ਰਹੇ, ਉਹ ਫਿਰ ਤੁਹਾਡੀ ਆਪਣੀ ਹੀ ਕਿਤੇ ਨਾ ਕਿਤੇ ਕਮੀ ਹੈ, ਗਲਤੀ ਹੈ। ਉਸ ਤੋਂ ਬਚਣ ਦੇ ਲਈ ਇਹਨਾਂ ਨਾਲ ਗੱਲ ਕਰ ਲਓ। ਇਹਨਾਂ ਦੇ ਨੰਬਰ ਸਕਰੀਨ ਦੇ ਉੱਤੇ ਆ ਰਹੇ ਹੈ ਤੇ ਇਹਨਾਂ ਨੂੰ ਪੁੱਛੋ ਵੀ ਅਸੀਂ ਸਾਲ, 2 ਸਾਲ, 3 ਸਾਲ ਦੇ ਵਿੱਚ ਚਾਹੁੰਦੇ ਹਾਂ ਕਿ ਅਸੀਂ ਜਿਹੜੀ ਇਨਵੈਸਟਮੈਂਟ ਕਰੀਏ ਤੇ 4 ਪੈਸੇ ਵਧੀਆ ਬਣ ਜਾਣ। ਉਹਦੇ ਲਈ ਕਿਹੜੇ ਪ੍ਰੋਜੈਕਟ ਆਉਣ ਵਾਲੇ ਸਮੇਂ 'ਚ ਨੇ, ਕਿਹੜੇ ਸ਼ਹਿਰ ਦੇ ਵਿੱਚ ਤੁਹਾਨੂੰ ਜਾਣਾ ਚਾਹੀਦਾ, ਇਹ ਤੁਹਾਨੂੰ ਬੈਸਟ ਗਾਈਡ ਕਰ ਸਕਦੇ, ਕਿਉਂਕਿ ਇਹਨਾਂ ਦਾ ਫੁੱਲ ਟਾਈਮ ਇਹੀ ਕੰਮ ਹੈ। ਸਾਰਾ ਦਿਨ ਇਹਨਾਂ ਨੇ ਇਨਫੋਰਮੇਸ਼ਨ ਗੈਦਰ ਕਰਨੀ ਹੁੰਦੀ ਹੈ। ਤੋ ਸ਼ਮਸ਼ੇਰ ਹੋਰੀ ਕਹਿੰਦੇ ਹੁੰਦੇ ਆ ਕਿ ਇੱਕ ਕਾਲ ਜਿਹੜੀ ਤੁਹਾਡੇ ਹਜ਼ਾਰਾਂ ਨਹੀਂ ਲੱਖਾਂ ਡਾਲਰਾਂ ਦਾ ਫਾਇਦਾ ਕਰ ਸਕਦੀ ਹੈ। ਤੋ ਕਾਲ ਕਰੋ ਇਹਨਾਂ ਨੂੰ ਜੀ। ਸੈਨ ਸਾਹਿਬ, ਇੱਥੇ ਜਿਹੜੀ ਆ ਇੱਕ ਮੈਨੂੰ ਕਹਾਵਤ ਯਾਦ ਆ ਰਹੀ ਹੈ ਕਿ ਚੀਪੈਸਟ ਇਜ਼ ਨਾਟ ਆਲਵੇਜ਼ ਦਾ ਬੈਸਟ ਜੀ। ਸੋ ਇਹ ਗੱਲ ਵੀ ਸਾਡੇ ਦਰਸ਼ਕਾਂ ਨੂੰ ਖਿਆਲ ਦੇ ਵਿੱਚ ਰੱਖਣੀ ਪਏਗੀ ਕਿ ਕਈ ਵਾਰੀ ਅਸੀਂ ਸਿਰਫ ਪ੍ਰਾਈਸ ਪੁਆਇੰਟ ਦੇਖ ਕੇ ਕਿਸੇ ਜਿਹੜੀ ਪ੍ਰਾਪਰਟੀ ਆ ਉਹਦੇ ਉੱਤੇ ਜੰਪ ਕਰ ਜਾਂਦੇ ਆ ਔਰ ਉਹਨੂੰ ਜਲਦਬਾਜ਼ੀ 'ਚ ਲੈ ਬੈਠਦੇ ਆ। ਉਹ ਜਿਵੇਂ ਸੈਣੀ ਸਾਹਿਬ ਨੇ ਕਿਹਾ ਕਿ ਪਹਿਲਾਂ ਪੂਰੀ ਉਹਦੇ ਬਾਰੇ 'ਚ ਜਾਣਕਾਰੀ ਲਵੋ, ਕੀ ਉਹ ਤੁਹਾਡੇ ਵਾਸਤੇ ਰਾਈਟ ਓਪਰਚੁਨਿਟੀ ਹੈਗੀ ਹੈ, ਕੀ ਉਹ ਤੁਹਾਡੇ ਵਾਸਤੇ ਠੀਕ ਪ੍ਰਾਪਰਟੀ ਹੈਗੀ ਹੈ। ਜੇ ਤੁਹਾਨੂੰ ਕੋਈ ਸ਼ੱਕ ਸ਼ੁਬਾ ਹੈਗਾ, ਸਾਡੇ ਨਾਲ ਸੰਪਰਕ ਕਰੋ। ਸਾਡੇ ਨਾਲ ਕੀਤੀ ਹੋਈ ਇੱਕ ਮੀਟਿੰਗ ਤੁਹਾਨੂੰ ਹੋਰ ਨਹੀਂ ਕੁਝ ਤਾਂ ਘੱਟੋ ਘੱਟ ਇੰਨੀ ਕੁ ਜਾਣਕਾਰੀ ਦੇ ਜਾਏਗੀ ਕਿ ਤੁਸੀਂ ਸਹੀ ਡਿਸੀਜਨ ਬਣਾ ਸਕੋ ਔਰ ਆਪਣਾ ਫਿਊਚਰ ਜਿਹੜਾ ਸਿਕਿਉਰ ਕਰ ਸਕੋ। ਬਿਲਕੁਲ ਠੀਕ ਹੈ ਜੀ। ਜਦੋਂ ਰੀਅਲ ਸਟੇਟ ਵਾਲੇ ਕੋਈ ਵੀ ਐਡਵਰਟਾਈਜ਼ਮੈਂਟ ਕਰਦੇ ਆ, ਪ੍ਰੋਜੈਕਟ ਲੈ ਕੇ ਆਉਂਦੇ ਆ, ਉਹਦੀਆਂ ਖੂਬੀਆਂ, ਉਹਦੇ ਗੁਣ ਹੀ ਤੁਹਾਨੂੰ ਦੱਸਦੇ ਆ ਔਰ ਤੁਸੀਂ ਬਹੁਤ ਵਾਰੀ ਵਿਸ਼ਵਾਸ ਕਰਕੇ ਗਲਤ ਡਿਸੀਜਨ ਲੈ ਬੈਠਦੇ ਹੋ। ਇਹ ਬਹੁਤ ਵਧੀਆ ਟੀਮ ਹੈ, ਲੀਡਿੰਗ ਟੀਮ ਹੈ ਇਹਨਾਂ ਦਾ ਪੂਰੇ ਕੈਨੇਡਾ ਦੇ ਵਿੱਚ। ਰੀਮੈਕਸ ਦੇ ਵਿੱਚ ਬੜਾ ਉੱਪਰ ਨਾਮ ਹੈ, ਟੌਪ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਹੈ। ਉਹਦੇ ਪਿੱਛੇ ਕੋਈ ਕਾਰਨ ਹੈ ਔਰ ਅੱਜ ਦਾ ਨਹੀਂ, ਇੰਨੇ ਸਾਲ ਹੋ ਗਏ ਇਹਨਾਂ ਨੂੰ, ਸਾਲ ਦਰ ਸਾਲ ਆਪਣੀ ਉਸ ਮਿਆਰ ਨੂੰ ਵੀ ਬਣਾ ਕੇ ਰੱਖਿਆ ਹੋਇਆ ਹੈ ਔਰ ਅੱਗੇ ਤੋਂ ਵੱਧ ਇਹਨਾਂ ਦੇ ਕਲਾਇੰਟ ਜੁੜਦੇ ਜਾ ਰਹੇ ਨਾਲ, ਕਿਉਂਕਿ ਇਹਨਾਂ ਨੇ ਚੰਗੀ ਸਰਵਿਸ ਦਿੱਤੀ ਹੋਈ ਹੈ। ਤਾਂ ਹੀ ਉਹ ਇਹਨਾਂ ਦੇ ਜਿਹੜੇ ਲੋਕ ਕਲਾਇੰਟ ਰਿਪੀਟ ਇਹਨਾਂ ਦੇ ਨਾਲ ਹੋ ਰਹੇ ਹੈ, ਨਵੇਂ ਵੀ ਜੁੜ ਰਹੇ ਹੈ। ਸੋ ਤੁਸੀਂ ਇਹਨਾਂ ਨੂੰ ਕਾਲ ਕਰੋਗੇ ਤੇ ਰੀਅਲ ਸਟੇਟ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਉਹ ਤੁਹਾਨੂੰ ਅੱਛੀ ਜਾਣਕਾਰੀ ਮਿਲੇਗੀ। ਪ੍ਰਵੀਨ ਜੀ, ਬਹੁਤ ਬਹੁਤ ਸ਼ੁਕਰੀਆ। ਲਾਸਟ ਕੁਝ ਕਹਿਣਾ ਚਾਹੁੰਦੇ ਹੋ? ਬਸ ਸੈਣੀ ਸਾਹਿਬ, ਮੈਂ ਇਹੀ ਕਹਾਂਗਾ ਕਿ ਜਿਸ ਤਰ੍ਹਾਂ ਢਿੱਲੋਂ ਸਾਹਿਬ ਨੇ ਵੀ ਕਿਹਾ, ਆਪਾਂ ਵੀ ਗੱਲ ਕਰ ਰਹੇ ਸੀਗੇ
ਕਿ ਜੇ ਤੁਸੀਂ ਕੋਈ ਵੀ ਚੀਜ਼ ਬਾਏ ਕਰਨਾ ਚਾਹੁੰਦੇ ਹੋ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਸੈਣੀ ਸਾਹਿਬ ਸਾਡੀ ਇੰਟੈਂਸ਼ਨ ਇਹ ਨਹੀਂ ਹੈ ਵੀ ਆਹ ਪ੍ਰੋਜੈਕਟ ਅਵੇਲੇਬਲ ਆ ਵੀ ਹੁਣ ਤੁਸੀਂ ਇਹ 'ਚ ਬਾਈ ਕਰ ਲਓ। ਅਸੀਂ ਪਹਿਲਾਂ ਤੁਹਾਡੀ ਜ਼ਰੂਰਤ ਨੂੰ ਸਮਝਦੇ ਹਾਂ ਕਿ ਤੁਹਾਡੀ ਜ਼ਰੂਰਤ ਕੀ ਆ, ਤੁਸੀਂ ਸ਼ਾਰਟ ਟਰਮ ਇਨਵੈਸਟ ਕਰਨਾ ਚਾਹ ਰਹੇ ਹੋ, ਲੌਂਗ ਟਰਮ ਇਨਵੈਸਟ ਕਰਨਾ ਚਾਹ ਰਹੇ ਹੋ, ਐਂਡ ਯੂਜ਼ਰ ਹੋ, ਫਿਰ ਉਹਦੇ ਮੁਤਾਬਕ ਸੈਣੀ ਸਾਹਿਬ ਅਸੀਂ ਉਹਨਾਂ ਨੂੰ ਗਾਈਡ ਕਰਦੇ ਹਾਂ ਕਿ ਤੁਸੀਂ ਇੱਥੇ ਬਾਏ ਕਰੋ ਜਾਂ ਇੱਥੇ ਨਾ ਬਾਏ ਕਰੋ। ਠੀਕ ਹੈ ਜੀ, ਤੁਸੀਂ ਕੋਈ ਲਾਸਟ ਐਡ ਕਰੋ। ਬਸ ਜੀ ਮੇਰੇ ਖਿਆਲ 'ਚ 100 ਗੱਲਾਂ ਦੀ ਇੱਕ ਗੱਲ ਕਿ ਸਾਡੇ ਨਾਲ ਆ ਕੇ ਤੁਸੀਂ ਇੱਕ ਮੀਟਿੰਗ ਕਰੋ, ਚਾਹ ਦਾ ਕੱਪ ਪੀਓ ਔਰ ਸਾਡੇ ਤੋਂ ਜਾਣਕਾਰੀ ਲੈ ਕੇ ਆਪਣੇ ਫਾਇਦਾ ਕਰੋ ਔਰ ਆਪਣੀ ਆਉਣ ਵਾਲੀ ਨਸਲਾਂ ਜਿਹੜੀਆਂ ਨੇ ਉਹਨਾਂ ਦਾ ਵੀ ਫਾਇਦਾ ਕਰੋ ਜੀ। ਬਿਲਕੁਲ ਠੀਕ ਹੈ ਜੀ, ਤੁਸੀਂ ਅੱਜ ਦੀ ਕੀਤੀ ਹੋਈ ਇਨਵੈਸਟਮੈਂਟ ਆਉਣ ਵਾਲੇ ਸਮੇਂ ਦੇ ਵਿੱਚ ਖੁਸ਼ ਹੋਵੋਗੇ ਕਿ ਚੰਗੇ ਸਮੇਂ ਇਨਵੈਸਟਮੈਂਟ ਕਰ ਲਈ ਸੀ। ਬਹੁਤ ਲੋਕ ਕਹਿੰਦੇ ਆ ਜੀ ਕਿ ਹੁਣ ਮੈਂ ਉਹ ਘਰ ਲੈਣਾ ਹੋਵੇ ਤੇ ਨਹੀਂ ਸੀ ਲੈ ਪਾਣਾ, ਚੰਗੇ ਮੌਕੇ ਲੈ ਲਿਆ। ਤਾਂ ਚੰਗਾ ਮੌਕਾ ਕਦੀ ਵੀ ਨਹੀਂ ਹੁੰਦਾ ਤੇ ਚੰਗਾ ਮੌਕਾ ਹਮੇਸ਼ਾ ਹੀ ਹੁੰਦਾ ਹੈ, ਡਿਪੈਂਡ ਕਰਦਾ ਤੁਹਾਡੇ ਆਪਣੇ ਫੈਸਲੇ ਤੇ। ਤੋਂ ਫਿਰ ਤੁਹਾਡੇ ਨਾਲ ਜੁੜਾਂਗੇ ਅਗਲੇ ਹਫਤੇ ਇਹਨਾਂ ਦੇ ਨਾਲ ਹੀ ਲੈ ਕੇ ਰੀਅਲ ਸਟੇਟ ਇੰਡਸਟਰੀ ਦੀ ਹੋਰ ਬਹੁਤ ਸਾਰੀ ਜਾਣਕਾਰੀ। ਦਿਓ ਜੀ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।